ਹੁਣ ਅਸੀਂ ਸ਼ੁਰੂ ਕਰਨ ਲੱਗੇ ਹਾਂ ਜੀ ਅਭਿਆਸ 2.2। ਸਭ ਤੋਂ ਪਹਿਲਾਂ ਇੱਕ ਉਦਾਹਰਨ ਦੇਖੋ। ਬਹੁਪਦ ਹੈ ਜੀ x² + 5x + 6 ਇਹਦੇ ਸਿਫਰ। ਜਿਸ ਤਰ੍ਹਾਂ ਤੁਸੀਂ ਪਿਛਲੇ ਸਾਲ 9ਵੀਂ ਕਲਾਸ 'ਚ ਕਰਕੇ ਆਏ ਸੀ, ਸਭ ਤੋਂ ਪਹਿਲਾਂ ਬਹੁਪਦ ਨੂੰ ਬਰਾਬਰ 0 ਮੰਨੋ, ਫਿਰ x ਦੇ ਮੁੱਲਾਂ ਲਈ ਹੱਲ ਕਰ ਲਵੋ। ਤੁਹਾਡੇ ਕੋਲ ਦੋ ਮੁੱਲ ਆਏ -2 ਅਤੇ -3। ਇਸੇ ਤਰੀਕੇ ਨਾਲ ਮੈਂ ਦੂਸਰੀ ਬਹੁਪਦ ਲਿਖੀ ਹੈ, ਇਸ ਦੇ ਸਿਫਰ ਵੀ -2 ਅਤੇ -3 ਮਿਲੇ। ਤੀਸਰੀ ਬਹੁਪਦ ਇਹਦੇ ਸਿਫਰ ਵੀ -2 ਅਤੇ -3 ਮਿਲੇ। ਮੈਨੂੰ ਹੁਣ ਇੱਕ ਗੱਲ ਪਤਾ ਲੱਗ ਰਹੀ ਹੈ ਕਿ ਜੇ ਮੈਂ -2 ਅਤੇ -3 ਸਿਫਰਾਂ ਦੀ ਗੱਲ ਕਰਾਂ ਤਾਂ ਉਸ ਲਈ ਮੈਂ 3 ਅਲੱਗ-ਅਲੱਗ ਬਹੁਪਦਾਂ ਲੱਭ ਲਈਆਂ, ਵੱਧ ਵੀ ਲੱਭ ਸਕਦਾ। ਇਸ ਦਾ ਮਤਲਬ ਕਿਸੇ ਇੱਕ ਸੰਖਿਆ ਲਈ, ਮੰਨ ਲਓ ਕੋਈ ਵੀ ਇੱਕ ਸਿਫਰ ਆਪਾਂ ਐਲਫਾ ਲੈ ਲਈਏ, ਤਾਂ ਉਸ ਲਈ ਪਿੱਛੇ ਜਾ ਕੇ ਅਣਗਿਣਤ ਬਹੁਪਦਾਂ ਲੱਭੀਆਂ ਜਾ ਸਕਦੀਆਂ ਹਨ। ਚਲੋ ਆਓ ਆਪਾਂ ਇਹਨਾਂ ਬਾਰੇ ਕੁਛ ਹੋਰ ਦੇਖੀਏ। ਆਬਜ਼ਰਵੇਸ਼ਨਾਂ ਦੀ ਗੱਲ ਕਰਦੇ ਹਾਂ ਜੀ ਕੁਛ ਹੋਰ ਦੀ। ਮੈਂ ਬਹੁਪਦ ਲਈ ਜੀ 2x² + 10x + 12 2 ਸਾਂਝਾ ਕੱਢ ਲਿਆ। ਅੰਦਰ ਵਾਲੀ ਚੀਜ਼ ਦੇ ਗੁਣਨਖੰਡ ਬਣਾ ਕੇ ਲਿਖ ਲਏ। ਇਸ ਤਰੀਕੇ ਨਾਲ ਗੁਣਨਖੰਡ ਲਿਖੇਗੇ। ਹੁਣ ਨੋਟ ਕਰੋ 2 ਦੀ ਜਗ੍ਹਾ 'ਤੇ 2 ਪਲੱਸ ਦਾ 2 ਹੈ, x ਪਲੱਸ ਦਾ 2 ਹੈ, ਇਹਨੂੰ ਲਿਖ ਲਿਆ x -2 ਮਾਈਨਸ ਗੁਣਾ ਮਾਈਨਸ ਪਲੱਸ ਹੋਏਗਾ ਜੀ। ਇਸੇ ਤਰ੍ਹਾਂ x + 3 ਹੈ, x -3 ਲਿਖ ਲਿਆ। ਅਤੇ ਖੱਬੇ ਪਾਸੇ ਦੇਖੋ x² ਦਾ ਗੁਣਾਂਕ ਮੈਂ 1 ਬਣਾਉਣ ਦੇ ਲਈ 2 ਸਾਂਝਾ ਕੱਢ ਲਿਆ। x² ਦੇ ਨਾਲ 2 ਗੁਣਾ ਸੀ, ਉਹ ਬਾਹਰ ਨਿਕਲ ਗਿਆ, ਸਾਂਝਾ ਹੋ ਗਿਆ। ਤਾਂ 10 ਦੇ ਵਿੱਚੋਂ ਵੀ 2 ਬਾਹਰ ਕਰਨਾ ਪਏਗਾ, ਯਾਨੀ ਕਿ 10 ਨੂੰ 2 ਤੇ ਭਾਗ ਕੀਤੀ। ਇਸੇ ਤਰ੍ਹਾਂ 12 ਨੂੰ 2 ਤੇ ਭਾਗ ਕੀਤੀ। ਹੁਣ ਇਹਦਾ ਮਸਲਾ ਦੇਖੋ ਜੀ ਕਿਸ ਤਰ੍ਹਾਂ ਹੱਲ ਹੋ ਰਿਹਾ ਮੇਰੇ ਕੋਲੇ। ਯਾਨੀ ਕਿ ਕੋਈ ਵੀ ਬਹੁਪਦ ਹੈ ਜਿਹੜੀ 2 ਘਾਤੀ ਬਹੁਪਦ ਹੈ ax² + bx + c ਦੇ ਰੂਪ ਵਿੱਚ, ਮੈਂ ਉਸ ਨੂੰ ਲਿਖ ਸਕਦਾ ਕਿਸੇ ਕਾਂਸਟੈਂਟ ਦੇ ਨਾਲ ਗੁਣਾ ਕਰਕੇ x- ਪਹਿਲੀ ਸਿਫਰ ਗੁਣਾ x- ਦੂਸਰੀ ਸਿਫਰ। ਇੱਕ ਹੋਰ ਬੜੀ ਦੇਖਣ ਵਾਲੀ ਗੱਲ ਹੈ ਇੱਥੇ, ਜੇ ਮੈਂ ਵਾਪਸ ਇਹਨਾਂ ਨੂੰ ਗੁਣਾ ਕਰਦਾ, ਇਹ ਡਾਇਰੈਕਟ ਫਾਰਮੂਲਾ ਬਣ ਰਿਹਾ ਹੈ x² - α + β ਬ੍ਰੈਕਟ ਦੇ ਵਿੱਚ ਗੁਣਾ x + α ਗੁਣਾ β। ਅਤੇ ਖੱਬੇ ਹੱਥ ਦੇਖੋ ਜੀ, a ਨੂੰ ਸਾਂਝਾ ਕੱਢ ਲਈਏ ਜੇ x² + b/a ਗੁਣਾ x + c/a, ਯਾਨੀ ਕਿ ਇਹ ਕਾਂਸਟੈਂਟ ਕੋਈ ਵੀ k ਹੈ ਉਹ a ਦੇ ਇਕੁਇਵਲੈਂਟ ਹੋ ਜਾਏਗਾ। ਕਾਫੀ ਸਾਰੇ ਮੁੱਲ ਮੈਨੂੰ ਇਸ ਦੇ ਬਰਾਬਰ ਮਿਲ ਸਕਦੇ ਆ। ਤਾਂ ਹੁਣ ਮੈਂ ਅੰਦਰ ਵਾਲੀਆਂ ਬ੍ਰੈਕਟਾਂ ਦੀ ਤੁਲਨਾ ਕਰਨ ਲੱਗਾ। 1x² ਇੱਧਰ 1x² ਦੇ ਬਰਾਬਰ ਆ ਚੁੱਕਿਆ, 1 ਦੇ ਬਰਾਬਰ। ਸੋ ਤੁਲਨਾ ਹੋ ਗਈ ਜੀ x² ਦੇ ਗੁਣਾਂਕਾਂ ਦੀ। ਹੁਣ x ਦੇ ਗੁਣਾਂਕਾਂ ਦੀ ਮੈਂ ਤੁਲਨਾ ਕੀਤੀ, ਮੈਨੂੰ ਖੱਬੇ ਹੱਥ ਮਿਲਿਆ ਜੀ b/a, ਸੱਜੇ ਹੱਥ ਮਿਲਿਆ ਮਾਈਨਸ ਬ੍ਰੈਕਟ ਸਟਾਰਟ ਬ੍ਰੈਕਟ ਵਿੱਚ α + β। ਅਤੇ ਨਾਲ ਅਚਲ ਰਾਸ਼ੀਆਂ ਦੀ ਮੈਂ ਤੁਲਨਾ ਕੀਤੀ ਜੀ, ਖੱਬੇ ਹੱਥ c/a, ਸੱਜੇ ਹੱਥ α ਅਤੇ β। ਯਾਨੀ ਕਿ ਮੈਨੂੰ ਰਿਜ਼ਲਟ ਕੀ ਮਿਲ ਗਿਆ। ਇਸ ਕਰਕੇ ਸਿਫਰਾਂ ਦਾ ਜੋੜ ਯਾਨੀ ਕਿ α + β, ਮਾਈਨਸ ਦਾ ਨਿਸ਼ਾਨ ਮੈਂ ਪਰਲੇ ਹੱਥ ਲੈ ਜਾਂਦਾ ਜੀ, ਖੱਬੇ ਪਾਸੇ α + β ਰਹਿ ਗਿਆ ਜੀ। ਇਹ ਬਰਾਬਰ ਜੀ -b/a। ਅਤੇ ਇਸੇ ਤਰ੍ਹਾਂ ਸਿਫਰਾਂ ਦੀ ਗੁਣਾ ਯਾਨੀ ਕਿ α ਗੁਣਾ β, ਉਹ ਕਿਹਦੇ ਬਰਾਬਰ ਆ ਰਿਹਾ ਜੀ c/a ਦੇ। ਸਿਫਰਾਂ ਦੇ ਜੋੜ ਦੇ ਲਈ ਅਸੀਂ ਕੈਪੀਟਲ ਲੈਟਰ S ਵੀ ਵਰਤ ਸਕਦੇ ਹਾਂ ਜੀ, ਅਤੇ ਸਿਫਰਾਂ ਦੀ ਗੁਣਾ ਦੇ ਲਈ ਕੈਪੀਟਲ ਲੈਟਰ P ਵੀ ਵਰਤਿਆ ਜਾ ਸਕਦਾ ਹੈ। ਇਸ ਲਈ ਕਿਸੇ ਬਹੁਪਦ ax² + bx + c ਦੀਆਂ ਸਿਫਰਾਂ α β ਲਈ S ਬਰਾਬਰ ਸਿਫਰਾਂ ਦਾ ਜੋੜ, ਯਾਨੀ ਕਿ ਦੋਨੇ ਸਿਫਰਾਂ α + β ਮੈਂ ਜੋੜ ਲਿਆ, ਇਹ ਬਰਾਬਰ ਆ ਜਾ ਜੀ -b/a ਦੇ ਬਰਾਬਰ। ਮਾਈਨਸ ਬਾਹਰ ਨੋਟ ਕਰੋ, b ਹੈ ਜੀ x ਦਾ ਗੁਣਾਂਕ, ਯਾਨੀ ਕਿ ਜਿਸ ਟਰਮ ਦੇ ਵਿੱਚ x ਦੀ ਪਾਵਰ 1 ਹੈ ਇਹ ਉਸ ਦਾ ਗੁਣਾਂਕ ਹੈ, x ਦਾ ਗੁਣਾਂਕ ਯਾਨੀ ਕਿ ਗੁਣਾ ਅੰਕ। a ਹੈ ਜੀ x ਦੀ ਪਾਵਰ 2 ਵਾਲੀ ਟਰਮ ਦਾ ਗੁਣਾਂਕ, x² ਦਾ ਗੁਣਾਂਕ। ਇਸੇ ਤਰੀਕੇ ਨਾਲ p ਸਿਫਰਾਂ ਦੀ ਗੁਣਾ ਜਾਂ ਗੁਣਨਫਲ α ਗੁਣਾ β
C बटा A ਦੇ ਬਰਾਬਰ। C ਕੀ ਹੈ ਜੀ ਮੇਰੇ ਕੋਲੇ? ਅਚਲ ਰਾਸ਼ੀ ਹੈ, ਅਚਲ ਸੰਖਿਆ, ਅਚਲ ਰਾਸ਼ੀ, ਤੇ ਇਹ ਹੈ ਜੀ x ਸਕੁਏਅਰ ਦਾ ਗੁਣਾਕ। ਤਾਂ ਇਹ ਸਾਨੂੰ ਰਿਲੇਸ਼ਨ ਲੱਭ ਗਿਆ ਜੀ ਕਿਸੇ ਬਹੁਪਦ ax ਸਕੁਏਅਰ ਪਲੱਸ bx ਪਲੱਸ c। ਇਹ ਬਹੁਪਦ ਦੀ ਜਨਰਲ ਫਾਰਮ ਹੈ ਜੀ, ਤੇ ਜਿਹਦੀਆਂ ਦੋ ਸਿਫਰਾਂ ਅਲਫਾ ਤੇ ਬੀਟਾ ਹਨ ਉਹਨਾਂ ਦੇ ਲਈ ਅਸੀਂ ਸਿੱਧ ਕਰ ਲਿਆ ਬਹੁਪਦਾਂ ਦੇ ਜੋੜ ਅਤੇ ਗੁਣਾ ਦਾ ਉਹਨਾਂ ਦੇ ਗੁਣਾਂਕਾਂ ਦੇ ਵਿੱਚ ਕੀ ਰਿਲੇਸ਼ਨ ਹੁੰਦਾ। ਹੁਣ ਇੱਕ ਬੜੀ ਹੈਰਾਨੀ ਹੋਏਗੀ ਤੁਹਾਨੂੰ ਜਾਣ ਕੇ, ਜੇ ਮੈਂ 3 ਘਾਤੀ ਬਹੁਪਦ ਲਵਾਂ ax ਕਿਊਬ ਪਲੱਸ bx ਸਕੁਏਅਰ ਪਲੱਸ cx ਪਲੱਸ d ਦੇ ਲਈ, ਘਾਤ 3 ਹੈ ਤਾਂ ਉਹਦੀਆਂ 3 ਸਿਫਰਾਂ ਅਲਫਾ ਬੀਟਾ ਤੇ ਗਾਮਾ ਲਈਆਂ, ਤਾਂ ਮੇਰੇ ਕੋਲੇ ਹੋਏਗਾ ਜੀ ਸਿਫਰਾਂ ਦਾ ਜੋੜ ਅਲਫਾ ਪਲੱਸ ਬੀਟਾ ਪਲੱਸ ਗਾਮਾ ਮਾਈਨਸ b ਬਟਾ a। ਉਸ ਤੋਂ ਬਾਅਦ ਜੀ ਇਸ 'ਚ ਤੁਸੀਂ ਯਾਦ ਰੱਖਣਾ ਹੈ ਦੋ ਸਿਫਰਾਂ ਪਹਿਲਾਂ ਇਕੱਠੀਆਂ ਗੁਣਾ ਕਰਨੀਆਂ, ਬਾਅਦ 'ਚ ਉਹਨਾਂ ਦਾ ਜੋੜ ਕਰਨਾ ਹੈ। ਇਹ ਹੋਏਗਾ ਜੀ c ਬਟਾ a ਦੇ ਬਰਾਬਰ। ਨਿਸ਼ਾਨ ਆਲਟਰਨੇਟ ਚੱਲਦੇ ਆ, ਪਹਿਲੇ ਵਿੱਚ ਮਾਈਨਸ ਆਇਆ ਤਾਂ ਦੂਸਰੇ 'ਚ ਪਲੱਸ ਆਇਆ। ਨੋਟ ਕਰੋ ਇੱਧਰ ਵੀ ਪਹਿਲਾਂ ਮਾਈਨਸ ਹੈ ਫਿਰ ਪਲੱਸ ਹੈ, ਮਾਈਨਸ ਇੱਥੇ ਪਲੱਸ। ਉਸ ਤੋਂ ਬਾਅਦ ਹੁਣ ਤਿੰਨੇ ਸਿਫਰਾਂ ਦੀ ਆਪਸ 'ਚ ਗੁਣਾ, ਨਿਸ਼ਾਨ ਇਹਦਾ ਆਏਗਾ ਜੀ ਮਾਈਨਸ ਟੀ ਬਟਾ ਏ। ਯਾਨੀ ਕਿ ਇਸ ਨੂੰ ਅਸੀਂ ਇਸ ਰੂਪ ਦੇ ਵਿੱਚ ਲਿਖ ਸਕਦੇ ਹਾਂ। ਅਭਿਆਸ 2.2 ਦਾ ਪਹਿਲਾ ਪ੍ਰਸ਼ਨ ਹੈ, ਹੇਠਾਂ ਦਿੱਤੇ ਦੋ ਘਾਤੀ ਬਹੁਪਦਾਂ ਦੇ ਸਿਫਰ ਪਤਾ ਕਰੋ। ਸਿਫਰਾਂ ਅਤੇ ਗੁਣਾਂਕਾਂ ਵਿਚਕਾਰ ਸੰਬੰਧਾਂ ਦੀ ਸੱਚਾਈ ਦੀ ਜਾਂਚ ਕਰੋ। ਯਾਨੀ ਕਿ ਸਾਨੂੰ ਦੋ ਭਾਗਾਂ ਵਿੱਚ ਪ੍ਰਸ਼ਨ ਕਰਨਾ ਪਏਗਾ। ਸਭ ਤੋਂ ਪਹਿਲਾਂ ਸਿਫਰ ਕੱਢ ਕੇ ਦੇਣੇ ਪੈਣਗੇ ਤੇ ਉਸ ਤੋਂ ਬਾਅਦ ਸਿਫਰਾਂ ਅਤੇ ਗੁਣਾਂਕਾਂ ਦੇ ਵਿੱਚ ਕੀ ਸੰਬੰਧ ਹੈ ਉਹ ਸੱਚਾਈ ਦੀ ਜਾਂਚ ਕਰਨੀ ਹੈ। ਯਾਨੀ ਕਿ ਅਸੀਂ ਇਹ ਵਾਲਾ ਸੂਤਰ ਦੁਬਾਰਾ ਸਿੱਧ ਕਰਕੇ ਦੇਣੇ ਆ। ਆਹ ਦੋਨੇ ਚੀਜ਼ਾਂ ਆਪਸ 'ਚ ਬਰਾਬਰ ਲੈ ਕੇ ਆਉਣੀਆਂ। ਆਓ ਕਰੀਏ। ਲਓ ਜੀ, ਜਿਸ ਤਰ੍ਹਾਂ ਪਹਿਲੇ ਪ੍ਰਸ਼ਨ ਦਾ ਤੀਸਰਾ ਭਾਗ ਹੈ 6x ਸਕੁਏਅਰ ਮਾਈਨਸ 3 ਮਾਈਨਸ 7x। ਹੁਣ ਦੇਖੋ ਜੀ ਬਹੁਪਦ ਸਾਨੂੰ ਮਿਆਰੀ ਰੂਪ ਵਿੱਚ ਨਹੀਂ ਦਿੱਤੀ ਹੋਈ, ਤਾਂ ਅਸੀਂ ਇਸ ਨੂੰ ਮਿਆਰੀ ਰੂਪ ਵਿੱਚ ਆਪ ਲਿਖ ਲਵਾਂਗੇ ਜਾਂ 6x ਸਕੁਏਅਰ। ਸਭ ਤੋਂ ਪਹਿਲਾਂ x ਦੀ ਵੱਡੀ ਘਾਤ 2 ਵਾਲੀ ਟਰਮ ਅੱਗੇ, ਫਿਰ ਉਸ ਤੋਂ ਛੋਟੀ ਘਾਤ x ਦੀ ਪਾਵਰ 1 ਵਾਲੀ ਟਰਮ ਲਿਖੋ ਜੀ ਮਾਈਨਸ 7x। ਅਚਲ ਰਾਸ਼ੀ ਮਾਈਨਸ 3 ਸਭ ਤੋਂ ਪਿੱਛੇ ਲਿਖੋ। ਹੁਣ ਸਾਨੂੰ ਚਾਹੀਦੀਆਂ ਜੀ ਸਿਫਰਾਂ, ਤਾਂ ਸਿਫਰਾਂ ਲਈ ਤੁਸੀਂ ਇਸ ਰਕਮ ਨੂੰ ਬਰਾਬਰ 0 ਮੰਨ ਲਵੋ। ਹੁਣ ਬਣਾਉਣੇ ਪੈਣਗੇ ਜੀ ਗੁਣਨਖੰਡ। ਗੁਣਨਖੰਡਾਂ ਲਈ ਤੁਹਾਨੂੰ ਯਾਦ ਹੋਏਗਾ ਜੀ 8ਵੀਂ ਕਲਾਸ 'ਚ ਕਰਕੇ ਆਏ ਸੀ ਆਪਾਂ। ਸਭ ਤੋਂ ਪਹਿਲਾਂ x ਦੀ ਘਾਤ 1 ਵਾਲੀ ਟਰਮ ਦਾ ਗੁਣਾਕ ਮਾਈਨਸ ਦਾ 7, ਫਿਰ p ਪ੍ਰੋਡਕਟ x ਸਕੁਏਅਰ ਦੀ ਵਾਲੀ ਟਰਮ ਦਾ ਗੁਣਾਕ 6 ਪਲੱਸ ਦਾ, ਤੇ ਅਚਲ ਰਾਸ਼ੀ ਮਾਈਨਸ 3 ਇਹਨਾਂ ਦੀ ਗੁਣਾ ਕਰੋ ਜੀ। ਇਹ ਬਣ ਗਿਆ ਜੀ ਮਾਈਨਸ ਦੇ 18। ਹੁਣ 18 ਦੇ ਗੁਣਨਫਲ ਸੋਚੋ। ਇੱਕ ਵਾਰ ਮਾਈਨਸ ਨੂੰ ਵੀ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਨਹੀਂ ਇੱਥੇ। 18 ਦੇ ਗੁਣਨਫਲ ਜਾਂ ਤਾਂ 1 ਤੇ ਜਾਏਗਾ ਜਾਂ 2 ਤੇ ਜਾਂ 3 ਤੇ। ਉਸ ਤੋਂ ਬਾਅਦ ਰਿਪੀਟ ਹੋਣੇ ਸ਼ੁਰੂ ਹੋ ਜਾਣੇ ਆ ਜੀ। 6 ਗੁਣਾ 3 9 ਗੁਣਾ 2 18 ਗੁਣਾ 1। ਸੋ ਇੱਕ ਵਾਰ ਹੀ ਲਿਖ ਲਓ। ਹੁਣ ਇਹਨਾਂ ਤਿੰਨਾਂ ਵਿੱਚੋਂ ਉਹ ਦੋ ਟੁਕੜੇ ਚੱਕਣੇ ਆ ਆਪਾਂ ਜਿਨ੍ਹਾਂ ਨੂੰ ਜੋੜੀਏ ਜਾਂ ਘਟਾਈਏ 7 ਪ੍ਰਾਪਤ ਹੋਵੇ। ਮਾਈਨਸ ਦਾ 7 ਗੁਣਾ ਕਰੀਏ ਤਾਂ ਮਾਈਨਸ ਦੇ 18 ਪ੍ਰਾਪਤ ਹੋਣ। ਹਜੇ ਮਾਈਨਸ ਦਾ ਨਿਸ਼ਾਨ ਨਹੀਂ ਆਪਾਂ ਦੇਖ ਰਹੇ, ਚੈੱਕ ਕਰਦੇ ਹਾਂ। 18 ਪਲੱਸ 1 ਤਾਂ ਬਣ ਗਿਆ ਜੀ 19। ਮੈਨੂੰ 7 ਚਾਹੀਦਾ, ਨਹੀਂ ਹੋ ਸਕਦਾ। 18 ਜੋ 1 ਘਟਾਇਆ 17 ਬਣ ਗਿਆ ਜੀ। 7 ਨਹੀਂ ਬਣਿਆ, ਇਹ ਵੀ ਨਹੀਂ ਹੋ ਸਕਦਾ। 9 'ਚ 2 ਜੋੜੇ 11, ਨਹੀਂ ਜੀ ਮੈਨੂੰ 7 ਚਾਹੀਦਾ। 9 'ਚੋਂ 2 ਘਟਾਏ 7, ਇਹ ਬਣ ਚੁੱਕਿਆ ਜੀ। ਇਹਦਾ ਮਤਲਬ 9 ਤੇ 2 ਮੈਨੂੰ ਸੈਟਿਸਫਾਈ ਕਰ ਰਹੀ ਹੈ। ਵੱਡਾ 9 ਤੇ ਛੋਟਾ 2। ਇਹਨਾਂ ਦੋਹਾਂ ਦੇ ਵਿੱਚੋਂ ਵੱਡਾ ਟੁਕੜਾ 9 ਹੈ, ਉਹਦਾ ਨਿਸ਼ਾਨ ਉਹੀ ਹੋਏਗਾ ਜਿਹੜਾ ਵਿਚਕਾਰਲੀ ਰਕਮ ਦਾ ਨਿਸ਼ਾਨ ਹੈ, ਯਾਨੀ ਕਿ ਮਾਈਨਸ 7x ਦੇ ਵਿੱਚ 7 ਦਾ ਨਿਸ਼ਾਨ ਮਾਈਨਸ ਦਾ ਹੈ, ਮਾਈਨਸ ਦਾ। ਹੁਣ ਕਿਉਂਕਿ ਗੁਣਾ ਮਾਈਨਸ ਹੋਣੀ ਚਾਹੀਦੀ ਹੈ ਤੁਹਾਡੀ, ਤਾਂ ਇੱਕ ਮਾਈਨਸ ਦਾ ਨਿਸ਼ਾਨ, ਦੂਸਰੀ ਰਕਮ ਦਾ ਪਲੱਸ ਦਾ ਨਿਸ਼ਾਨ। ਜੇ ਇੱਥੇ ਗੁਣਾ ਪਲੱਸ ਦੇ ਵਿੱਚ ਹੁੰਦੀ
ਤਾਂ ਦੋਨਾਂ ਦੇ ਨਿਸ਼ਾਨ ਸੇਮ ਆਉਂਦੇ ਆ। मैं दोबारा रिपीट करदा, वड्डी रकम का निशान आएगा जिहड़ा विचकारली रकम का निशान है, प्लस या माइनस जो भी है, इत्थे माइनस सी तो मैं माइनस लिखिया। जे प्रोडक्ट तुहाडा प्लस का है तो दोनों के निशान सेम होंदे है। जे प्रोडक्ट माइनस च है तो एक का निशान चेंज होंदा है, तो पहला माइनस च दूजा प्लस च आ गया। तो हुण मैनूं -7x के दो टुकड़े मिल चुके हैं जी। 6x स्क्वेयर थले 6x लिखो, स्क्वेयर लिखो, इनू लिखो जी -9x अते प्लस का 2x -3 उस तरीके नाल। ये विचकार वाली रकम नूं मैं तोड़िया जी। इंग्लिश में बोलते हैं स्प्लिटिंग द मिडल टर्म मैथड। इसनूं हुण 6 ते 9 3 दे पहाड़े उत्ते जाते हैं, 3 साझा कड्डो, x की पावर 2, x की पावर 1 x भी साझा निकलेगा। इत्थे रह गया जी कल्ला x -3 तीए 9, क्योंकि x तो बाहर आ ही चुकिया साझा। हुण डिटो सेम यही टर्म इत्थे रिपीट करनी हुंदी है। एक मैं इत्थे गलती पा गया जी, 6 के गुणनखंड बनते सी जी 3 दूनी 6, सो इत्थे 2 लिखना सी नाल। यही टर्म इत्थे रिपीट हुंदी है जी। 2x -3 सारी ब्रैकेट रिपीट कर दो। हुण निशान देखो जी, 2x का निशान है प्लस का, तो प्लस उस तरीके नाल बाहर लिख लवो। नोट करो, प्लस इंटू माइनस माइनस, अगे कुछ भी नहीं है, 1 लगा लो। 1 गुणा 3 3, गुणनखंड सही बन चुके हैं जी। इत्थे लगा लो जी वड्डी ब्रैकेट। हुण प्लस के निशान के नाल दो टर्म्स अलग अलग हो गई, दोनों विचों ब्रैकेट 2x -3 साझा है जी, बाहर कढ़ लवो। इत्थे रह गया जी 3x, इत्थे रह गया जी प्लस का 1 बराबर 0। हुण दो चीज़ों की गुणा 0 है, या तो पहली चीज़ बराबर होएगी 0 दे, या दूसरी ब्रैकेट बराबर होएगी 0 दे। एक जोड़दा है, उधर जाके घटाउदा हो गया, 1 चो 0 गया 1, साइन न्यूमेरिकली वड्डे वाला। 3 गुणा दे विच उधर जाके भाग दे विच हो गया जी। 3 घटाउदा है, उधर जाके जोड़दा हो गया, 3 जमा 0 3, 2 गुणा च इधर आके भाग दे विच हो गया। इस करके सिफर मैनू मिल चुकियाँ जी। पहली का नाम है अल्फा रख देना 3/2, तो दूसरी का नाम बीटा रख देना जी -1/3 आंसर। हुण देखो जी, सिफर ते गुणांकां विच संबंधां की सच्चाई की जांच करन लगे आ। ये एक हिस्सा खत्म होया, हुण दूसरा हिस्सा जिहदा हैडिंग है सिफरां ते गुणांकां विच संबंध। जितों असी चले सी वो बहुपद दोबारा लिख लो। 6x स्क्वेयर -7x -3, उहदे हेठां बहुपद का म्यारी रूप ax स्क्वेयर प्लस bx प्लस c, इहदे नाल तुलना करो जी। तो x स्क्वेयर का गुणांक a बराबर आ गया जी 6 दे, x का गुणांक b बराबर आ गया -7 दे, कॉन्सटेंट टर्म c बराबर आ गई जी -3 दे। हुण तुसी -b/a का मुल कढ़ के रख लेना है, तो c/a का मुल कढ़ लेना है। लो जी, माइनस फार्मूले दी, b का मुल ऑलरेडी माइनस है, a का मुल 6, माइनस माइनस प्लस 7/6, c का मुल माइनस के विच है जी, a का मुल 6, ये तो कट्टिया गया जी 3 दे पहाड़े ते, 3 एकम 3 3 दूनी 6, माइनस का निशान उपर रह गया, यानी कि -b/a का मुल 7/6 आ चुके, c/a का मुल -1/2 आ चुके जी। हुण बस तुसी एक बार एस पता करना है, यानी कि सिफरां दा जोड़ अल्फा प्लस बीटा। अल्फा 3/2, बीटा -1/3। लो जी, लघुत्तम लईए। 2 ते 3 आपस किसी साझे पहाड़ ते नहीं जाता, तो बटरफ्लाई मैथड यूज़ कर लें। 3 परले पासे उपर गुणा, 3 तीए 9, प्लस गुणा माइनस माइनस, 2 एकम 2, हेठा 2 तीए 6, 9 चो 2 गए जी 7/6। तो नोट करो, ये -b/a के बराबर आ चुके हैं। यही सानू चाहिए सी। इस तरीके नाल अते P प्रोडक्ट यानी कि सिफरां दी गुणा अल्फा गुणा बीटा।
ਐਲਫਾ ਦਾ ਮੁੱਲ ਆਇਆ ਜੀ साडा 3/2, बीटा का मुल है जी -1/3। नोट करो जी 3 एकम 3 साझे भाड़े ते कट्टिया गया जी, 1 गुणा 1 1 प्लस माइनस माइनस 2 एकम 2 तो ये साडा C/A -1/2 के बराबर आ चुके है। लो जी ये सिफर ते गुणांकां विच संबंधां की सच्चाई की जांच सी। हुण चौथा भाग करन लगे हां जी 4u² प्लस 8u। इस दे विच भी असीं उस तरीके नाल सिफर अते गुणांकां में संबंधां की सच्चाई की जांच भी करांगे, पर पहलां सिफर पता कर लईए। लो जी सब तो पहलां सिफरां लई बहुपद नूं बराबर मान लो 0 दे। हुण इन्हां दोनों दे विचों 4 ते u साझा है, 4 एकम 4, एक लिखना लिखो नहीं तो जरूरत नहीं, u एक बाहर आ गया, u एक अंदर रह गया, 4 दूनी 8 नाल u लग्या। एक नोट करने वाली गल है, इत्थे मेरे को सीगा जी u की पावर 2। नोट करो जो u की घात 1 बाहर आ गई तो 2 आया किस तरह, 1 जो समान आधारां की गुणा होंदी है तो घातां जुड़ जांदियां, तो 1 + 1 ने जुड़ के 2 बन जाना सी। इस करके जो u की घात 1 बाहर आ गया तो अंदर u की घात 2 - 1 यानी कि 1 बाकी बचेगी। दो चीज़ों की गुणा 0 है, या पहली चीज़ 0 या दूसरी चीज़ यानी कि ब्रैकेट 0। लो जी 4 खब्बे हथ गुणा चाहे सज्जे पासे जाके भाग विच हो गया, 0 नूं किसी मर्जी नाल भाग करो 0 ही रहेगा। 2 उधर जाके माइनस का हो गया जी, 2 चों 0 गए 2, साइन न्यूमेरिकली वड्डे वाला, तो इस करके मैनू सिफरां प्राप्त हो गई जी। पहली सिफर अल्फा 0 रख दो जी ना, दूजी सिफर का नाम बीटा -2। हुण दोबारा जी दूसरा भाग सिफरां ते गुणांकां विच संबंध, सिफरां ते गुणांकां विच संबंध। सब तो पहला जी रकम यानी कि दिती बहुपद दोबारा लिखो। हुण इस दे विच अचल राशि नहीं दिती, मैं अपने कोलों प्लस का 0 लगा लेना। फिर तुलना करने वाले स्टैप तो भी बचना चाहते हो, सीधा ही इसनूं लिखो जी A प्लस का 8 B अचल राशि C, तो इस करके -B/A का मुल यानी कि 8, A की जगह से 4, 4 दूनी 8, साइन न्यूमेरिकली वड्डे वाला, अते C/A, C का मुल 0, A का मुल 4, 0 नूं 4 नाल भाग करवाया जी, आंसर 0 ही रह गया। हुण इस तो बाद S यानी कि सिफरां का जोड़ करिए जी, अल्फा प्लस बीटा। अल्फा का मुल है जी 0, बीटा का मुल है जी -2, प्लस माइनस माइनस 2 चों 0 गया 2, साइन न्यूमेरिकली वड्डे वाला माइनस का आ चुके जी, बराबर -B/A दे, ते नाल ही P प्रोडक्ट यानी कि सिफरां दी गुणा अल्फा गुणा बीटा, अल्फा 0 बीटा -2, 0 नूं किसी मर्जी संख्या ना गुणा करो जी, उत्तर तुहाडा 0 है। ये आ चुका जी C/A दे बराबर। यही सिफर ते गुणांकां विच संबंधां की सच्चाई की जांच सी। आओ इस तरीके का एक होर प्रश्न तुहानूं करवा दईए जी। रकम है जी T² - 15, T² - 15 ये भाग है जी 5वां। सब तो पहला सिफरां लई T² - 15 बराबर 0 दे, तुसीं इहनूं सीधा लिख सकते हो, 15 उधर जाके प्लस का हो जाएगा, 0 च 15 जोड़िया 15। हुण नोट करो जी स्केयर का निशान है, दोहां पासे वर्गमूल ले लो, इधरों कट्टिया गया, इधर वर्गमूल नाल 2 निशान आएंगे जी, प्लस का तो माइनस का। वर्गमूल 2 निशान कवर करता होंगे, प्लस माइनस दोवें। इस करके तुहानूं सिफरां प्राप्त होईयां अल्फा प्लस का वर्गमूल 15, बीटा माइनस का वर्गमूल 15। हुण इस तरीके नाल
ਸਿਫਰਾਂ ਤੇ ਗੁਣਾਂਕਾਂ ਵਿੱਚ ਸੰਬੰਧਾਂ ਦੀ ਸੱਚਾਈ ਦੀ ਜਾਂਚ ਕਰੀਏ ਜੀ। ਦੁਬਾਰਾ ਲਿਖੋ ਜੀ, ਬਹੁਪਦ ਨੂੰ ਟੀ ਸਕੁਏਅਰ ਮਾਈਨਸ 15 ਹੁਣ ਇਹਦਾ ਮਿਆਰੀ ਰੂਪ ਲਿਖਣਾ ਪਏਗਾ 1 ਟੀ ਸਕੁਏਅਰ ਪਲੱਸ 0 ਗੁਣਾ ਟੀ प्लस ब्रैकेट च पा लो जी माइनस का 15। ये हो गया जी तुहाडा ए का मुल, बी का मुल ते सी का मुल। सने निशान चकना हुंदा जी, सो ये सी दे विच माइनस 15 आएगा। तो इस करके असी पता किया माइनस बी बटा ए, बी की जगह तो 0, ए की जगह तो 1। 0 नूं किसी मर्जी नाल भाग कराओ 0, तो 0 निरपेख मुल है, ना प्लस का ना माइनस का, न्यूट्रल वैल्यू है जी, सो 0 ही रहेगा। तो लगते हथी सी बटा ए भी कढ़ लीए असी। सी का मुल माइनस 15, ए का मुल है जी 1, ये आ गया जी माइनस 15। 1 नाल भाग कराओगे कोई फर्क पैंदा नहीं जी। हुण एस पता करिए जी, सिफरां का जोड़ एल्फा प्लस बीटा। एल्फा आया जी वर्गमूल 15, बीटा आया जी माइनस वर्गमूल 15, प्लस माइनस माइनस उही संख्या जो उही संख्या घट गई, 0 आ चुकिया जी, यानी कि माइनस बी बटा ए के बराबर आ चुकिया। तो सिफरां की गुणा एल्फा गुणा बीटा, एल्फा जी वर्गमूल 15, बीटा माइनस का वर्गमूल 15, प्लस माइनस माइनस वर्गमूल 15 गुणा वर्गमूल 15, यानी कि वर्गमूल 15 का वर्ग, तो कला रह गया जी 15, माइनस ते 15 आ चुकी है। तो ये सी बटा ए के बराबर है। लो जी, गुणांकां अते सिफरां दे विच संबंधां की सच्चाई की जांच हो गई। हुण असीं दूसरा प्रश्न करन लगे हाँ। एक दो घाती बहुपद पता करो जिस ते सिफरां दा जोड़ अते गुणनफल क्रमवार दित्तियां होईयां संख्यावां हन। सानू सिफरां दा जोड़ भी दे दिता अते उन्हां दा गुणनफल भी दे दिता है, तो असी बहुपदां आप पता करके देनी है। लो जी करिए। तुहाडे याद होएगा असी थोड़े चिर पहला ये लिखना सीखिया सी कि किसी भी दो घाती बहुपद नूं के गुणा एक्स स्क्वायर माइनस एल्फा प्लस बीटा एक्स प्लस एल्फा गुणा बीटा के रूप में लिखिया सी। एल्फा बीटा बहुपद दियाँ इस दियाँ सिफरां हन। हुण नोट करो, ये बन गया जी सिफरां का जोड़ एस, ये बन गया जी सिफरां की गुणा, यानी कि मेरे को सूत्र तैयार हो गया बहुपद बनाने का कि कोई भी कॉन्स्टेंट नाल गुणा है एक्स स्क्वायर माइनस सिफरां का जोड़ गुणा एक्स प्लस सिफरां की गुणा। लो जी हुण देखियो प्रश्न हल करिए आप इसका। तो दूसरे प्रश्न का असी करन लगे हैं जी पहला भाग। मैनू सिफरां का जोड़ दिता जी, यानी कि कैपिटल एस 1/4 ते सिफरां की गुणा दिती है कैपिटल पी माइनस का 1। लो जी इत्थे स्टार्ट कर दीए। इस करके बहुपद के एक्स स्क्वायर माइनस कैपिटल एक्स यानी कि सिफरां का जोड़ गुणा एक्स प्लस पी सिफरां की गुणा, जा मुल पर लगा जी एस का मुल है 1/4, पी का मुल है -1। हुण एक होर काम देखना जी तुसी, एक्स स्क्वायर के बटा भी 1 लगा लो, -1 के भी बटा 1 लगा लो। 1 4 ते 1 का लघुत्तम समावर्तक कितना होएगा? 4 ही आएगा। जे ना पता लगे तिन्ना दी गुणा कर लवो, 1 4 ते 1 दी गुणा, 1 गुणा 4 गुणा 1 तुहाडा उत्तर आया 4। बस के का मुल 4 भर दिओ, इत्थे के बराबर 4 भरो। के की जगह ते 4 लिखिया जी, एक्स स्क्वायर
माइनस 1 गुणा एक्स बटा 4 प्लस माइनस माइनस 1। तो जी 4 अंदर गुणा कर दीए, 4 गुणा एक्स स्क्वायर 4x स्क्वायर, 4 गुणा 1 बटा 4 करोगे जदों तो देखो 4 नाल 4 कटिया गया, अगले स्टैप च कला 1x रह गया। तो इस तरीके नाल जदों 4 नूं 1 नाल गुणा करोगे माइनस का 4 रह जाएगा जी। आ तुहाडी बहुपद बन चुकी है। सौखा लग्या ना जी प्रश्न। आओ एक प्रश्न होर देखते हैं इस तरीके नाल। तीसरा भाग है जी, जिहदे विच सिफरां दा जोड़ 0 दिता है तो सिफरां दा गुणनफल दिता है जी वर्गमूल 5। हुण नोट करो जी, इस करके बहुपद के गुणा एक्स स्क्वायर माइनस एस गुणा एक्स प्लस पी, एक्स स्क्वायर एस की जगह ते 0 नाल एक्स, पी की जगह ते वर्गमूल 5। हुण नोट करो जी, हर दे विच कुछ आ ही नहीं रहा। सपोज करो 1 लगाता तो इत्थे के बराबर 1 भरो, 1 गुणा एक्स स्क्वायर माइनस 0x प्लस वर्गमूल 5, 1 नाल गुणा करोगे जी तो बहुपद नूं कोई फर्क नहीं पैन लगा जी। एक्स स्क्वायर माइनस 1 गुणा 0 0x रह जाएगा। 0 वाली टर्म रिपीट करनी चाहो तो कर भी सकते हो, नहीं करनी तो ना करो जी। ये आ गया एक्स स्क्वायर प्लस वर्गमूल 5 आंसर। आओ एक होर क्वेश्चन इस तो देखिए ट्राई करके। इहदा दूसरा भाग करवा देना जी मैं। भाग दूसरा है, सिफरां दा जोड़ है जी वर्गमूल 2 और प्रोडक्ट है जी 1/3। हुण मैनूं दसोगे जी बहुपद की बनी। बिल्कुल सही दस रहे हो जी। बहुपद के एक्स स्क्वायर माइनस एस गुणा एक्स प्लस पी, एस का मुल तुसीं भरिया जी वर्गमूल 2, पी का मुल 1/3 बटा 1 लगाइए जी। हुण 1 1 ते 3 की गुणा करोगे कितना आएगा जी 3। तो के बराबर 3 भरो, 3 एक्स स्क्वायर माइनस वर्गमूल 2x प्लस 1/3। 3 नूं अंदर जाके कल्ले कल्ले नाल गुणा करो तो साडी बहुपद आ गई जी 3x स्क्वायर माइनस 3 गुणा वर्गमूल 2, 3 वर्गमूल 2। जदों 3 नूं इस नाल गुणा करोगे 1/3 दे नाल तो 3 नाल 3 कट्टिया जाएगा। 3x स्क्वायर माइनस 3 वर्गमूल 2x, 3 नाल 3 कट दो जी, 1 रह गया जी तुहाडा आंसर। तो ये तुहानूं बहुपद मिल गई।